ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ 45ਵਾਂ। ਪਾਸ ਦਮਾਮੇ ਸਤ ਸਿਰ ਭੇਰੀ ਛੱਡੋ ਰੰਡ, ਜਾਏ ਸੁਤੇ ਜੀਰਾਣ ਮੈਂ ਥੀਏ ਆਤੀ ਮੰਗੰਡ। ਪਾਸ ਦਮਾਮੇ ਸਤ ਸਿਰ ਭੇਰੀ ਛੱਡੋ ਰੰਡ, ਜਾਏ ਸੁਤੇ ਜੀਰਾਣ ਮੈਂ ਥੀਏ ਆਤੀ ਮੰਗੰਡ। ਕੀ ਸਮਝਾਉਂਦੇ ਆ ਬਾਬਾ ਫਰੀਦ ਜੀ? ਪਿਛਲੇ ਸ਼ਲੋਕ 'ਚ ਆਪਾਂ ਲਿਆ ਸੀ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀਂ ਲੋਣ। ਜੇ ਸੰਸਾਰੀ ਭਾਵ ਲਈਏ ਮਾਇਆ ਦਾ ਇੱਕ ਨਾ ਆਟਾ ਅਗਲਾ, ਤਾਂ ਮਾਇਆਧਾਰੀ ਨੇ, ਇੱਕ ਉਹ ਨੇ ਗੁਰਸਿੱਖ ਜਿਹੜੇ ਨਾਮ ਦੀ ਕਮਾਈ ਕਰਦੇ ਆ। ਇਆਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸਹੇਲਾ, ਅੱਗੇ ਬਸਨ ਸਹੇਲਾ। ਅੱਗੇ ਖਾਤਰ ਗਿਆਨ, ਪਰਲੋਕ, ਸੱਚਖੰਡ। ਇੱਥੇ ਬਾਬਾ ਫਰੀਦ ਜੀ ਸਮਝਾਉਂਦੇ ਆ, ਪਾਸ ਦਮਾਮੇ ਸਤ ਸਿਰ। ਜਦੋਂ ਹਿਰਦੇ ਦੇ ਵਿੱਚ, ਗਗਨ ਦੇ ਵਿੱਚ ਦਮਾਮਾ ਪ੍ਰਗਟ ਹੁੰਦਾ ਹੈ, ਦਮਾਮਾ ਤੋਂ ਭਾਵ ਹੁਕਮ, ਸ਼ਬਦ ਸੁਰਤ ਦਾ ਮੇਲ ਹੁੰਦਾ ਹੈ। ਸਤਰ ਸਿਰ ਭਾਵ ਤਿੰਨ ਲੋਕਾਂ ਦਾ ਸਤਰ ਗਿਆਨ, ਉਹ ਗੁਰਸਿੱਖ ਨੂੰ ਹੋ ਜਾਂਦਾ। ਕੋਈ ਵੀ ਹੋ ਸਕਦਾ, ਉਹ ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਕੋਈ ਵੀ ਹੋ ਸਕਦਾ ਜਿਹਦੇ ਅੰਦਰ ਉਹ ਪ੍ਰਗਟ ਹੁੰਦਾ ਹੈ। ਸ਼ਬਦ ਗੁਰੂ, ਸੁਰਤ ਸ਼ਬਦ ਦਾ ਮੇਲ, ਉਹ ਕਦੋਂ ਹੁੰਦਾ ਹੈ? ਹੁਕਮ ਕਦੋਂ ਪ੍ਰਗਟ ਹੁੰਦਾ ਹੈ? ਜਦੋਂ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ, ਮਨ ਜੀਤੇ ਜਗ ਜੀਤ, ਮਾਇਆ ਦਾ ਤਿਆਗ ਕਰਕੇ ਗਿਆਨ ਪਦਾਰਥ ਔਰ ਮੁਕਤ ਪਦਾਰਥ ਲੈ ਕੇ ਆਪਦੇ ਮੂਲ ਹਰ 'ਚ ਲਏ ਹੋ ਜਾਂਦੇ ਨੇ, ਇੱਕ ਹੋ ਜਾਂਦੇ ਨੇ। ਉਹ ਦਸਵਾਂ ਦਵਾਰ ਕਹਿ ਲਈਏ, ਉਹਨੂੰ ਦੇਵਲੋਕ ਕਹਿ ਲਈਏ, ਸਰੀਰ ਤੋਂ ਪਰੇ। ਜਦੋਂ ਇੱਕ ਹੋਏ ਤਾਂ ਉਗਵੇ, ਰੁੱਤੀ ਹੋ ਰੁੱਤੋ ਹੋਏ। ਫਿਰ ਉਹ ਸਮਾਂ ਹੁੰਦਾ ਹੈ, ਰੁੱਤ ਹੁੰਦੀ ਹੈ, ਜਦੋਂ ਹੁਕਮ ਦੀ ਆਸ 'ਤੇ ਆਪਾਂ ਬਹਿਨੇ ਹਾਂ, ਭਗਤੀ ਸ਼ੁਰੂ ਹੁੰਦੀ ਹੈ। ਉੱਥੇ ਉਹਦੇ ਦਰ 'ਤੇ, ਉਹਨੂੰ ਦਰਗਾਹ ਵੀ ਕਿਹਾ, ਉੱਥੋਂ ਲੋਕ ਵੀ ਦਿੰਦਾ, ਪਰਲੋਕ ਵੀ ਦਿੰਦਾ। ਫਿਰ ਉਹ ਪਰਲੋਕ ਦਾ ਜਸ ਕਰਦਾ ਹੈ, ਸੱਚ ਦਾ ਜਸ ਕਰਦਾ ਹੈ। ਕੋਈ ਵੀ ਹੋ ਸਕਦਾ ਉਹਦੇ ਅੰਦਰ। ਜਦੋਂ ਇਹ ਪ੍ਰਗਟ ਹੁੰਦਾ ਹੈ, ਪਾਸ ਦਮਾਮੇ ਸਤ ਸਿਰ, ਛਤਰ ਮਿਲ ਜਾਂਦਾ, ਤਿੰਨ ਲੋਕਾਂ ਦਾ ਗਿਆਨ। ਕੋਈ ਭਗਤ ਰਵਿਦਾਸ ਜੀ ਵੀ ਆਪਾਂ ਨੂੰ ਸਮਝਾ ਰਿਹਾ, ਗਰੀਬ ਨਵਾਜ ਗੋਸਾਈਆਂ ਮੇਰਾ, ਮਾਥੇ ਛਤਰ ਧਰੇ, ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੋਂ ਤੇ ਨਾ ਡਰੇ। ਉਹ ਫਿਰ ਮਿਲਦਾ ਹੈ ਜਦੋਂ ਕੁਦਰਤ ਨਵਾਜਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਮਾਇਆ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ, ਜੀਵ ਨੂੰ ਭਵ ਸਾਗਰ 'ਚੋਂ ਕੱਢਿਆ ਜਾਂਦਾ ਹੈ। ਪੂਰਨ ਤੌਰ 'ਤੇ ਉਹ ਬਸਤਾਵਾ ਪਾਸ ਦਮਾਮੇ ਸਤ ਸਿਰ ਭੇਰੀ ਛੱਡੋ ਰੰਡ। ਭੇਰੀ ਜੋ ਮਨ ਦੀਆਂ ਇੱਛਾ, ਫਿਰ ਇਹਦੀ ਆਵਾਜ਼ ਨਹੀਂ ਸੁਣਦੀ। ਅੱਗੇ ਆ ਜਾਣਾ ਆਪਾਂ ਨੂੰ, ਕੰਨੀ ਬੁੱਝੇ ਦੇ ਰਹਾ, ਫਿਰ ਬੁੱਧੀ ਸੁਣਦੀ ਹੀ ਨਹੀਂ, ਨਾ ਇਹਦੀ ਆਵਾਜ਼ ਆਉਂਦੀ। ਫਿਰ ਇਹ ਭਾਵ ਇਹਦੀ ਚਲਦੀ ਹੀ ਨਹੀਂ ਹੈਗੀ, ਚੁੱਪ ਕਰ ਜਾਂਦਾ, ਬਿਲਕੁਲ ਮਾਇਆ ਦਾ ਗਿਆਨ ਨਹੀਂ ਹੁੰਦਾ। ਜਾਏ ਸੁਤੇ ਜਿਰਾਣ ਮੈਂ, ਹਿਰਦੀ ਰੂਪੀ ਕਬਰ, ਆਪਦੇ ਘਰ ਪਹੁੰਚ ਜਾਂਦੀ ਹੈ ਆਤਮਾ। ਥੀਏ ਅਤੀਮਾ ਗੜ, ਗੜ ਤੋਂ ਭਾਵ ਟਿਕ ਜਾਂਦੇ ਨੇ। ਉਸ ਤੋਂ ਬਾਅਦ ਹੁਕਮ ਦੀ ਆਗਿਆਕਾਰੀ ਹੁੰਦੀ ਹੈ ਬੁੱਧੀ, ਹੁਕਮ ਦਾ ਜਸ ਕਰਦੀ ਹੈ। ਕੋਈ ਇੱਛਾ ਨਹੀਂ ਹੁੰਦੀ, ਸਭ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਉਹ ਅਗੰਮ ਅਪਾਰ ਜਿਹੜਾ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਸੀ, ਉਹਦੀ ਪ੍ਰਾਪਤੀ ਹੋ ਗਈ। ਸਤਿਗੁਰਾਂ ਨੇ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਇਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰਾਂ ਦੇ ਕਰੇ। ਇੱਥੇ ਬਾਬਾ ਫਰੀਦ ਜੀ ਵੀ ਉਹੀ ਸਮਝਾ ਰਹੇ ਨੇ, ਪਾਸ ਦਮਾਮੇ ਸਤ ਸਿਰ ਭੇਰੀ ਛੱਡੋ ਰੰਡ। ਜਿਹਦੇ ਹਿਰਦੇ 'ਚ ਹੁਕਮ ਪ੍ਰਗਟ ਹੋ ਜਾਂਦਾ ਹੈ। ਆਪਾਂ ਕਬੀਰ ਜੀ ਦਾ ਸ਼ਲੋਕ ਲੈ ਲਈਏ, ਆਪਾਂ ਨੂੰ ਹੋਰ ਸਖਾਲਾ ਹੋ ਜੂ ਸ਼ਲੋਕ ਕਬੀਰ। ਗਗਨ ਦਮਾਮਾ ਵਾਜਿਓ, ਪਰਿਓ ਨਿਸ਼ਾਨੇ ਕਾਓ,
ਜਿਹੜੇ ਮਨ ਬੁੱਧੀ ਇੱਕ ਹੋ ਕੇ ਉਹ ਨਾਦ ਭਾਵ ਹੁਕਮ ਉਦਮਾਮੇ ਉਹ ਗੁਰੂ ਸ਼ਬਦ ਦੀ ਆਸ 'ਤੇ ਬੈਠੇ ਸੀਗੇ, ਉਹ ਵੀ ਭਗਤ ਕਬੀਰ ਜੀ ਸਮਝਾਉਂਦੇ ਨੇ। ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਫਿਰ ਉਸ ਤੋਂ ਬਾਅਦ ਜਿਹੜਾ ਆਨੰਦ ਆਉਂਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ, ਹੁਕਮ ਦਾ ਦਰਸ਼ਨ ਕਰਕੇ। ਤੀਆ ਪਦਾਰਥ ਹੈ ਉਹ ਨਾਮ। ਨਾਮੇ ਉਤਪਤ ਨਾਮੇ ਪਰ ਲੋ, ਉਹੀ ਤਾਂ ਹੈ ਨਾਮ। ਸਾਰੇ ਧਰਮ ਰੌਲਾ ਪਾਈ ਜਾਂਦੇ, ਨਾਮ ਜਪੋ, ਉਹ ਕਰੋ, ਰੱਬ ਦਾ ਧਿਆਨ ਰੱਖੋ। ਭਾਈ ਧਿਆਨ ਤਾਂ ਮਨ ਦਾ ਰੱਖਣਾ ਹੈ, ਉਹ ਤਾਂ ਸਾਰਿਆਂ ਦਾ ਧਿਆਨ ਰੱਖਦਾ ਵਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਸਰੀਰ ਹੀ ਨਹੀਂ ਉਹਦਾ, ਫਿਰ ਜਪਣਾ ਕਿਵੇਂ ਆ, ਸਮਝਣਾ ਕਿਵੇਂ ਆ? ਉਹੀ ਤਾਂ ਬਾਣੀ ਸਮਝਾ ਰਹੀ ਆਪਾਂ ਨੂੰ, ਨਿਰਾਕਾਰ ਦੁਨੀਆ ਦਾ ਗਿਆਨ ਭਾਵ ਆਕਾਰ ਤੋਂ ਰਹਿਤ। ਉਹੀ ਤਾਂ ਬਾਰ-ਬਾਰ ਆਪਾਂ ਨੂੰ ਉਪਦੇਸ਼ ਦੇ ਕੇ ਮਾਇਆ ਦੇ ਸਮਝਾਇਆ ਜਾ ਰਿਹਾ ਵੀ ਕਿਵੇਂ ਨਾ ਕਿਵੇਂ ਜੀਵ ਨੂੰ ਸਮਝ ਆ ਜਾਵੇ। ਅੰਨੇ ਨੂੰ ਸੁਣੰਦਾ ਕੈਸੇ ਮਾਰਗ ਪਾਵੇ, ਕਰ ਗਹਿ ਲੈ ਓੜ ਨਿਭਾਵੇ। ਕਹਾਂ ਬੁਝਾਰਤ ਬੁੱਝੇ ਡੋਰਾ, ਬੁੱਝੇ ਕਿਵੇਂ? ਬੁਝਾਰਤ ਵੱਡੀ ਹੈ, ਡੋਰ ਡੰਗਰ ਦਿਮਾਗ ਹੈ, ਆਪਦੇ ਆਪ ਨੂੰ ਵੱਡਾ ਬਣਿਆ ਬੈਠਾ। ਨਿਸਕਈਏ ਤੋਂ ਸਮਝੇ ਪੂਰਾ, ਜੀਵਨ ਦੀ ਰਾਤ ਹੈ, ਦਿਨ ਦੱਸੀ ਜਾਂਦਾ ਇਹਨੂੰ, ਆਪਦੇ ਆਪ ਨੂੰ ਬੜਾ ਸਿਆਣਾ ਬਣਿਆ ਬੈਠਾ ਹੈ। ਗਗਨ ਦਮਾਮਾ ਵਾਜਿਓ, ਆਕਾਸ਼ ਮਨ ਦੇ ਅੰਦਰ ਜਦੋਂ ਹੁਕਮ ਪ੍ਰਗਟ ਹੁੰਦਾ ਹੈ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਉਸ ਅਵਸਥਾ 'ਚ ਜਾ ਕੇ ਸੱਚ ਦਾ ਪ੍ਰਚਾਰ ਹੁੰਦਾ ਹੈ। ਸਿਰਫ ਸੱਚ, ਦੀਨ ਦੁਨੀਆ ਤੇਰੀ ਟੇਕ, ਸਭ ਮੇ ਰਵਿਆ ਸਾਹਿਬ ਏਕ। ਸੂਰਾ ਸੋ ਪਹਿਚਾਨੀਏ ਲਰੇ ਦੀਨ ਕੇ ਹਿਤ। ਉਹੀ ਸੂਰਮਾ ਹੈ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹਿਤ। ਸੱਚ ਖਾਤਰ, ਸੱਚ ਨਾਲ ਪ੍ਰੇਮ ਕਰਦਾ ਹੈ, ਉਹ ਸੂਰਮਾ। ਅਸੀਂ ਕਿਹਦੇ ਨਾਲ ਪ੍ਰੇਮ ਕਰਦੇ ਹਾਂ? ਸੰਸਾਰੀ ਵਡਿਆਈਆਂ, ਸੋਭਾ, ਰਾਜਪਾਟ, ਝੂਠ ਨਾਲ। ਉਹ ਕਿੰਨਾ ਕੁ ਚਿਰ ਭਾਈ? ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਬਾਈ। ਮ੍ਰਿਤ ਲੋਕ ਹੈ, ਜਾਣਾ ਪੈਣਾ ਆਪਾਂ ਨੂੰ। ਜੇ ਆਪਣਾ ਜੀਅ ਨਹੀਂ ਕਰਦਾ ਜਾਣ ਨੂੰ ਤਾਂ ਕੀ ਹੋ ਗਿਆ? ਜਾਣਾ ਪਊਗਾ। ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ ਬਡਾਨੀ ਦੇ। ਕਾਲ ਨੇ ਕਿਸੇ ਨੂੰ ਨਹੀਂ ਬਖਸ਼ਣਾ ਭਾਈ। ਪਹਿਲਾਂ ਪਹੁੰਚਣਾ ਆਪਾਂ ਸਰੀਰ 'ਚ ਰਹਿੰਦੇ ਹਾਂ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਉਹੀ ਤਾਂ ਗੁਰਸਿੱਖ ਨੇ ਭਾਈ। ਅੱਗੇ ਭਗਤ ਜੀ ਕੀ ਸਮਝਾਉਂਦੇ ਆ? ਜਿਹੜੇ ਸੱਚ ਖਾਤਰ ਸੱਚ ਦਾ ਪ੍ਰਚਾਰ ਕਰਦੇ ਨੇ, ਸੱਚ ਦਾ ਝੰਡਾ ਗੱਡਦੇ ਨੇ, ਉਹ ਕੌਣ ਨੇ? ਉਹੀ ਤਾਂ ਭਗਤ ਗੁਰੂ ਸਾਹਿਬਾਨ ਨੇ। ਉੱਥੋਂ ਹੀ ਮਿਲਣਾ ਆਪਾਂ ਨੂੰ ਸੱਚ। ਆਪਣੇ ਕੋਲ ਤਾਂ ਝੂਠ ਹੈ। ਪੁਰਜਾ ਕੱਟ ਮਰੇ ਕਬੂ ਨਾ ਸਾਡੇ ਖੇਤ। ਇੱਥੇ ਆਪਾਂ ਸਰੀਰ ਦੀ ਕੱਟਣ ਦੀ ਗੱਲ ਲਾ ਲੈਂਦੇ ਹਾਂ। ਸਾਰੇ ਧਰਮਾਂ ਦੇ ਵਿੱਚ ਵੀ ਆਈ ਹੈ। ਨਿਮਕ ਕਰ ਸਰੀਰ ਕਟਾਵੇ ਤੋ ਵੀ ਹਉਮੈ ਮੈਲ ਨਾ। ਜਾਂ ਬਲੀਆਂ ਦਿੰਦੇ ਸੀਗੇ, ਨਹੀਂ ਭਾਈ। ਫਿਰ ਇਹਦਾ ਮਾਇਆ ਜਿਹੜੀ ਹੈਗੀ ਆ ਉਹਨੂੰ ਕੱਟ ਦਿੰਦੀ ਹੈ ਬੁੱਧੀ। ਪੁਰਜਾ ਕੱਟ ਮਰੇ ਕਬੂ ਨਾ ਸਾਡੇ ਖੇਤ। ਉਹ ਫਿਰ ਜਿਹੜੇ ਆਪਦੇ ਆਪ ਨੂੰ ਕੱਟਣ ਵਾਲੇ ਜਾਂ ਬਲੀ ਦੇਣ ਵਾਲੇ, ਉਹ ਫਿਰ ਕਿਹੜੇ ਖੇਤ 'ਚ ਰਹਿੰਦੇ ਨੇ? ਫਿਰ ਇੱਥੇ ਤਾਂ ਦੱਸ ਰਿਹਾ ਭਗਤ ਕਬੀਰ ਜੀ, ਕਬੂ ਨਾ ਸਾਡੇ ਖੇਤ। ਫਿਰ ਉਹ ਸੱਚਖੰਡ ਆਪਦਾ ਸੱਚਾ ਪਿੜ ਮੱਲਿਆ, ਉੱਥੇ ਪਹੁੰਚ ਜਾਂਦੀ ਹੈ ਉਹ ਜੋਤ ਜਿਹਦੀ ਕਿਰਪਾ ਰਹਿਮਤ ਹੋ ਜਾਂਦੀ ਹੈ। ਆਪਾਂ ਵੀ ਭਾਈ ਇਹ ਲੈਣੀ ਹੈ ਜੋ ਬਾਬਾ ਫਰੀਦ ਜੀ ਸਮਝਾ ਰਹੇ ਹੋਈ, ਭਗਤ ਕਬੀਰ ਜੀ ਨੇ ਆਪਾਂ ਨੂੰ ਸਮਝਾਇਆ। ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ। ਉਹੀ ਤਾਂ ਹੈ ਭਾਈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਸੁਨ ਸਮਾਤ ਅਨਹਦ ਨਾਦ, ਕਹੀ ਨਾ ਜਾਈਏ ਚਰਜ ਵਿਸ਼ਮਾਦ। ਹੈਰਾਨ ਕਰਨ ਵਾਲੀ। ਪਰ ਜਦੋਂ ਮਨ ਸੁੰਨ ਹੋ ਜਾਂਦਾ, ਪਰ ਆਪਣੇ ਤਾਂ ਅੰਦਰ ਮਾਇਆ ਦਾ ਰੌਲਾ ਪੈ ਰਿਹਾ। ਮਾਇਆ ਤੋਂ ਪਰੇ ਦੀ ਗੱਲ ਹੈ। ਯੋਗੀਆਂ ਨੇ ਵੀ ਭੁਲੇਖਾ ਖਾਧਾ, ਸਾਰੇ ਧਰਮਾਂ ਨੇ ਭੁਲੇਖਾ ਖਾਧਾ ਉਹ ਸ਼ਬਦ ਦਾ। ਉਹ ਸ਼ਬਦ ਤਾਂ ਆਪਾਂ ਨੂੰ ਉਪਦੇਸ਼ ਦੇ ਰਿਹਾ, ਸਾਰੀ ਸ੍ਰਿਸ਼ਟੀ ਦਾ ਪ੍ਰਤਿਪਾਲਕ ਹੈ, ਸਰਵ ਵਿਆਪੀ ਹੈ, ਉਹ ਸਾਰਿਆਂ ਦੇ ਅੰਦਰ ਹੈ। ਸੁਣਦਾ ਕਿਉਂ ਨਹੀਂ? ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਕਚੋਲ। ਪਹਿਲਾਂ ਤਾਂ ਹੀ ਨਹੀਂ ਸੁਣਦੇ ਅਸੀਂ, ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ। ਉਹ ਤਾਂ ਨਾਮ ਤਾਂ ਬਹੁਤ ਦੂਰ ਦੀ ਗੱਲ ਹੈ। ਭੇਖ ਨਾਲ ਅਸੀਂ ਪੂਰੇ ਹੋ ਜਾਂਦੇ ਹਾਂ, ਸੰਸਾਰ ਸਾਨੂੰ ਮੰਨਣ ਲੱਗ ਜਾਂਦਾ। ਭਗਤ ਕਬੀਰ ਜੀ ਕੀ ਸਮਝਾਉਂਦੇ? ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ। ਕਹਿੰਦੇ ਬੜੇ ਮਹਿੰਗੇ ਵਸਤਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਪਾ ਕੇ ਮਨ ਜਦੋਂ ਬਹਿੰਦਾ ਹੈ, ਇੱਕ ਸਰ ਕੇ ਨਾਮ ਬਿੰਦ ਬੰਦੇ ਜੰਮ ਪਰ ਜਾਏ। ਸਾਰਿਆਂ ਨੂੰ ਜੰਮ ਬਣ ਕੇ ਲੈ ਜਾਂਦਾ। ਕੀ ਫਾਇਦਾ? ਕੀ ਖੱਟਿਆ ਭਾਈ? ਫਿਰ ਆਪਾਂ ਗੁਰ ਕੇ ਚਰਨ, ਗੁਰ ਕੀ ਬਾਣੀ, ਇਹਦੇ ਨਾਲ ਜੁੜਨਾ ਹੈ। ਫਿਰ ਇਹ ਆਪਾਂ ਨੂੰ ਪ੍ਰਾਪਤੀ ਹੋਣੀ ਆ। ਆਪਾਂ ਹਰ ਇੱਕ ਸ਼ਬਦ ਜਾਂ ਸਲੋਕ ਪਿੱਛੇ ਵੀ ਆਸਾ ਕੀ ਵਾਰ,
ਸੁਖਮਨੀ ਸਾਹਿਬ ਦੇ ਵਿੱਚ ਵੀ ਨਾਲ ਵਿਚਾਰਦੇ ਹੀ ਆਉਂਦੇ, ਆਪਣਾ ਟਾਰਗੇਟ 4 ਪਦਾਰਥਾਂ ਦਾ ਹੈ। 4 ਲਾਵਾਂ ਕਹਿ ਲਈਏ, 4 ਦਰਸ਼ਨ ਕਹਿ ਲਈਏ। ਦਰਸ਼ਨ ਹਰ ਤੱਕ ਨੇ, ਪਦਾਰਥ ਸੱਚਖੰਡ ਤੱਕ ਨੇ। 4 ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਵੇ। ਗੁਰ ਸ਼ਬਦ ਦੇ ਵਿਚਾਰ ਤੋਂ, ਗੁਰ ਕੇ ਚਰਨ ਬਾਣੀ ਨਾਲ ਜੁੜ ਕੇ ਪਹਿਲਾਂ ਆਪਾਂ ਨੂੰ ਪਦਾਰਥ ਮਿਲਣਾ ਗਿਆਨ। ਗਿਆਨੀਆਂ ਦਾ ਮਾਰਗ ਹੈ ਭਾਈ, ਇਹ ਗਿਆਨ ਲੈਣਾ ਆਪਾਂ। ਗਿਆਨ ਤੋਂ ਬਿਨਾਂ ਨਹੀਂ ਇਹ ਖੇਲ ਸਮਝ ਆਉਣ। ਨਾ ਮਨ ਨੇ ਟਿਕਣਾ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ, ਮਨ ਟਿਕੇ ਤੋਂ ਬਿਨਾਂ ਕਾਲ। ਐਵੇਂ ਚੱਲਦਾ ਰਹੂਗਾ। ਇਹ ਆਪ ਹੀ ਕਾਲ ਹੈ ਭਾਈ, ਇੱਛਾ ਹੀ ਕਾਲ ਹੈ। ਫਿਰ ਜੰਮਣ ਮਰਨ ਸਾਨੂੰ ਲੈ ਜਾਂਦੀ ਹੈ। ਪਹਿਲਾ ਗਿਆਨ ਪਦਾਰਥ ਹੈ, ਫਿਰ ਗਿਆਨ ਦੇ ਨਾਲ ਮਨ ਚੁੱਪ ਕਰ ਜਾਂਦਾ, ਮੁਕਤੀ ਮਿਲ ਜਾਂਦੀ ਹੈ, ਸੰਤੋਖ ਆ ਜਾਂਦਾ। ਫਤਿਹ ਪਈ ਮਨ ਜੀਤ, ਉਦੋਂ ਫਤਿਹ ਹੁੰਦੀ ਹੈ ਮਨ ਨੂੰ ਜਿੱਤ ਕੇ। ਤੀਜਾ ਫਿਰ ਦਰਗਾਹ ਸਾਡੀ ਜਾ ਕੇ ਧਿਆਨ ਪਹੁੰਚਦਾ, ਉੱਥੇ ਦੇਵਲੋਕ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਆ। ਉਹੀ ਤਾਂ ਹੁਕਮ ਹੈ ਦਮਾਮਾ, ਉਹ ਸੁਣਨਾ ਹੈ। ਫਿਰ ਚੌਥਾ ਉਹ 'ਚ ਲਏ ਹੋ ਕੇ ਚੌਥਾ ਜਨਮ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁੱਖ ਲਹੇ ਮਲ। ਆਪਾਂ ਕਦੋਂ ਭਾਈ ਇਹ ਪ੍ਰਾਪਤੀ ਕਰਾਂਗੇ ਕਿ ਸੰਸਾਰ ਦੀ ਵਡਿਆਈਆਂ ਦੇ ਵਿੱਚ ਸੰਸਾਰੀ ਝਗੜੇ 'ਚ ਫਸੇ ਰਹਾਂਗੇ। ਜਾਨੂੰ ਭਾਈ ਕਾਲ ਨੇ ਆ ਜਾਣਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਫਿਰ ਕਿਵੇਂ ਕਰਾਂਗੇ ਆਪਾਂ? ਆਓ ਹੱਥਾਂ ਜੋੜੀ ਕਰਕੇ ਆਪਾਂ ਵੀ ਅਰਦਾਸ ਬੇਨਤੀ ਕਰਕੇ ਉਹਦੀ ਕੁਦਰਤ ਦੀ ਰਹਿਮਤ ਦੇ ਪਾਤਰ ਬਣੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਜੋ ਬਾਬਾ ਫਰੀਦ ਸਮਝਾ ਰਹੇ ਆ। ਪਾਸ ਦਮਾਮੇ ਸੱਤ ਸਿਰੇ। ਸਤਰ ਫਿਰ ਮਿਲਦਾ ਹੈ ਜਦੋਂ ਦਮਾਮਾ ਹੁਕਮਨਾਮ ਸਾਡੇ ਅੰਦਰ ਪ੍ਰਗਟ ਹੁੰਦਾ ਹੈ। ਭੇਰੀ ਛੱਡੋ ਰੰਡ, ਫਿਰ ਮਨ ਦੀ ਅਵਸਥਾ ਜਾਂਦੀ ਹੈ। ਨਹੀਂ ਤਾਂ ਮਨ ਬਹੁਤ ਸਿਆਣਾ ਬਣਿਆ ਬੈਠਾ ਹੈ। ਮਨ ਮਤਾਈਆਂ ਨੇ ਸਾਰੀਆਂ ਇਹ। ਜੈ ਸੁਤੇ ਜੀਰਾਣ ਮੈਂ ਥੀਏ ਤੀ ਮੰਗਣ। ਫਿਰ ਜੀਰਾਣ ਤੋਂ ਭਾਵ ਆਪਦੇ ਹਿਰਦੇ ਕਬਰ ਰੂਪ ਆਪਦੇ ਘਰ ਪਹੁੰਚ ਜਾਂਦੇ ਨੇ। ਉਹ ਆਤਮਾ ਦੀ ਹੈ ਜਿਹੜੀ ਬਾਹਰ ਅਸੀਂ ਕਬਰਾਂ ਬਣਾਈ ਬੈਠੇ ਹਾਂ, ਗੌਰ ਬਣਾਈ ਬੈਠੇ ਹਾਂ। ਇਹ ਸਰੀਰ ਦੀਆਂ ਨੇ ਭਾਈ, ਤਾਂ ਮਿੱਟੀ ਇੱਥੋਂ ਮਿਲੀ ਹੈ, ਇੱਥੇ ਖਤਮ ਹੋ ਜਾਣੀ ਹੈ। ਇਹ ਕਿਹੜਾ ਨਾਲ ਲੈ ਕੇ ਆਇਆ ਵਾ। ਫਿਰ ਉਦੋਂ ਬਾਅਦ ਮਨ ਦੀ ਅਵਸਥਾ ਖਤਮ ਹੁੰਦੀ ਹੈ। ਇਹ ਆਪਾਂ ਕਰਨੀ ਹੈ ਗੁਰ ਸ਼ਬਦ ਦੇ ਗਿਆਨ ਨਾਲ। ਫਿਰ ਮਨ ਬੁੱਧੀ ਆਪਣਾ ਤਿਆਗ ਕਰਕੇ ਆਪਦੇ ਘਰ ਚਲੇ ਜਾਂਦੇ। ਆਪਾਂ ਵੀ ਪਹੁੰਚਣਾ ਭਾਈ, ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਗੁਰ ਸ਼ਬਦ 'ਚੋਂ ਆਪਾਂ ਨੂੰ ਜਿਹੜਾ ਗਿਆਨ ਪੈਦਾ ਹੋਊ, ਜੋ ਗਿਆਨ ਹੋ ਰਿਹਾ ਵਾ, ਸਮਝ ਲਓ ਸਾਡੇ 'ਤੇ ਕਿਰਪਾ ਹੋ ਰਹੀ ਹੈ ਦਾਤੇ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।